हेलो स्टूडेंट, आज ਅਸੀਂ ਪੜਾਂਗੇ ਚੈਪਟਰ 8 ਜਰਨੀ ਆਫ ਸੀਡ। ਜਰਨੀ ਦਾ ਮਤਲਬ ਹੈ ਸਫ਼ਰ, ਸੀਡ ਦਾ ਮਤਲਬ ਹੈ ਬੀਜ, ਬੀਜ ਦਾ ਸਫ਼ਰ। ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਪੌਦੇ ਕਿਸ ਤਰ੍ਹਾਂ ਲੱਗਦੇ ਨੇ? ਪਲਾਂਟਸ ਅਸੀਂ ਕਿਸ ਤਰ੍ਹਾਂ ਲਗਾਉਂਦੇ ਹਾਂ? ਬੱਚਿਓ, ਜਿਹੜੇ ਪਲਾਂਟਸ ਹੈ ਉਹ ਬੀਜਾਂ ਦੀ ਮਦਦ ਦੇ ਨਾਲ, ਸੀਡ ਦੀ ਮਦਦ ਦੇ ਨਾਲ ਲੱਗਦੇ ਨੇ। ਪਰ ਕੁਝ ਪਲਾਂਟ ਜਿਹੜੇ ਹੈ ਬਿਨਾਂ ਸੀਡ ਤੋਂ ਵੀ ਲੱਗਦੇ ਨੇ, ਜਿਸ ਤਰ੍ਹਾਂ ਕੋਈ ਕਿਸੇ ਦੀ ਸਟੈਮ ਤੋਂ ਲੱਗ ਜਾਂਦਾ ਹੈ, ਕੋਈ ਰੂਟਸ ਤੋਂ ਲੱਗ ਜਾਂਦਾ ਹੈ, ਔਰ ਕੋਈ ਉਹਦੇ ਹੀ ਪੱਤਿਆਂ ਤੋਂ ਹੀ ਨਵਾਂ ਜਿਹੜਾ ਪੌਦਾ ਉੱਗ ਪੈਂਦਾ ਹੈ। ਅੱਜ ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ। ਬੱਚਿਓ, ਤੁਸੀਂ ਦੁੱਧ ਦੇ ਵਿੱਚ ਚੀਨੀ ਪਾ ਕੇ ਪੀਂਦੇ ਹੋ ਤਾਂ ਚੀਨੀ ਕਿੱਥੋਂ ਆਂਦੀ ਹੈ? ਜਾਂ ਮਿੱਠਾ ਗੁੜ ਖਾਂਦੇ ਹੋ ਤਾਂ ਉਹ ਕਿੱਥੋਂ ਆਂਦਾ ਹੈ? ਉਹ ਸਾਨੂੰ ਮਿਲਦਾ ਹੈ ਸ਼ੂਗਰ ਕੇਨ ਤੋਂ। ਸ਼ੂਗਰ ਕੇਨ ਨੂੰ ਬੱਚਿਓ ਆਪਾਂ ਗੰਨਾ ਵੀ ਕਹਿੰਦੇ ਆ। ਤੇ ਗੰਨਾ ਕਿਸ ਤਰ੍ਹਾਂ ਲੱਗਦਾ ਹੈ? ਤੁਸੀਂ ਸਭ ਨੇ ਗੰਨਾ ਦੇਖਿਆ ਹੋਏਗਾ ਜਾਂ ਗੰਨੇ ਦਾ ਜੂਸ ਪੀਤਾ ਹੋਏਗਾ। ਤਾਂ ਉਹਦੇ ਬਡਸ ਜਿਹੜੀਆਂ ਬਣੀਆਂ ਹੁੰਦੀਆਂ ਨੇ, ਉਹਨਾਂ ਨੂੰ ਉਹ ਤਕਰੀਬਨ 10 ਸੈਂਟੀਮੀਟਰ ਤੱਕ ਹੁੰਦੀਆਂ ਨੇ। ਉਹਨਾਂ ਨੂੰ ਅਸੀਂ ਕੱਟ ਕੇ ਜਿਹੜੇ ਹੈ ਖੇਤਾਂ ਦੇ ਵਿੱਚ ਲਗਾ ਦਿੰਦੇ ਹਾਂ ਤੇ ਉਹਦੇ ਤੋਂ ਇੱਕ ਨਵਾਂ ਜਿਹੜਾ ਪਲਾਂਟ ਹੈ ਉੱਗ ਪੈਂਦਾ ਹੈ। ਐਸੇ ਤਰੀਕੇ ਦੇ ਨਾਲ ਬੱਚਿਓ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਕਾਲੇ ਚਨੇ ਖਾਂਦੇ ਹੋ। ਕਾਲੇ ਚਨੇ ਜਿਹੜੇ ਬੱਚਿਓ ਅਸੀਂ ਖਾ ਵੀ ਲੈਂਦੇ ਹਾਂ ਔਰ ਅਸੀਂ ਉਹਨੂੰ ਬੀਜਣ ਦੇ ਵਜੋਂ ਵੀ ਵਰਤੋਂ 'ਚ ਲਿਆ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਘਰ ਵੀਟ ਖਾਂਦੇ ਹੋ, ਕਣਕ ਖਾਂਦੇ ਹੋ, ਰੋਟੀ ਖਾਂਦੇ ਹੋ। ਰੋਟੀ ਕਿੱਥੋਂ ਮਿਲਦੀ? ਵੀਟ ਕਿੱਥੋਂ ਸਾਨੂੰ ਮਿਲਦੀ ਹੈ? ਇਹਦਾ ਵੀ ਬੱਚਿਓ ਬੀਜ ਹੀ ਹੁੰਦਾ ਹੈ। ਉਹਦੇ ਬੀਜ ਨੂੰ ਆਪਾਂ ਪੀਸ ਕੇ ਜਿਹੜਾ ਹੈ ਆਟਾ ਲੈ ਲੈਂਦੇ ਆ। ਐਸੇ ਤਰੀਕੇ ਦੇ ਨਾਲ ਤੁਸੀਂ ਮਸਟਰਡ ਆਇਲ, ਸਰੋਂ ਦਾ ਤੇਲ ਯੂਜ਼ ਕਰਦੇ ਹੋ ਤਾਂ ਸਰੋਂ ਦਾ ਤੇਲ ਕਿੱਥੋਂ ਆਂਦਾ ਹੈ? ਇਹ ਬੱਚਿਓ ਸੀਡਸ ਤੋਂ ਹੀ, ਮਸਟਰਡ ਦੇ ਸੀਡਸ ਤੋਂ ਹੀ ਮਿਲਦਾ ਹੈ। ਤੁਸੀਂ ਆਪਣੀ ਮਦਰ ਕੋਲੋਂ ਕੁਝ ਹੋਰ ਮਸਾਲੇ ਪੁੱਛ ਸਕਦੇ ਹੋ, ਹੋਰ ਜਿਹੜੇ ਸੀਡਸ ਪੁੱਛ ਸਕਦੇ ਹੋ ਕਿ ਕਿਹੜੇ ਅਸੀਂ ਮਸਾਲੇ ਦੇ ਤੌਰ ਤੇ ਵਰਤਦੇ ਹਾਂ, ਜਿਸ ਤਰ੍ਹਾਂ ਕਿ ਜੀਰਾ, ਅਜਵੈਨ, ਧਨੀਆ, ਬਲੈਕ ਪੇਪਰ, ਕਾਲੀ ਮਿਰਚ। ਐਸੇ ਤਰੀਕੇ ਦੇ ਨਾਲ ਬੱਚਿਓ ਕੁਝ ਹੋਰ ਸੀਡਸ ਨੇ ਜਿਹੜੇ ਕਿ ਆਟੇ ਦੇ ਤੌਰ ਤੇ ਵਰਤੇ ਜਾਂਦੇ ਨੇ, ਜਿਵੇਂ ਮੈਂ ਹੁਣੇ ਦੱਸਿਆ ਵੀਟ, ਕਣਕ। ਐਸੇ ਤਰੀਕੇ ਦੇ ਨਾਲ ਛੱਲੀ ਖਾਂਦੇ ਹੋ ਤੁਸੀਂ, ਮੇਜ ਜਿਹਨੂੰ ਬੋਲਦੇ ਆ, ਮੱਕੀ, ਓਟ, ਗ੍ਰਾਮ। ਤੀਸਰਾ ਆ ਜਾਂਦਾ ਹੈ ਕਿ ਕੁਝ ਜਿਹੜੇ ਬੀਜਾਂ ਤੋਂ ਆਪਾਂ ਕੀ ਕੱਢ ਲੈਂਦੇ ਆ? ਤੇਲ ਕੱਢ ਦਿੰਦੇ ਆ। ਤੇਲ ਜਿਹੜਾ, ਜਿਸ ਤਰ੍ਹਾਂ ਹੁਣੇ ਦੱਸਿਆ, ਮਸਟਰਡ ਆਇਲ, ਸੀਸਮ ਤੇਲ, ਤਿਲ ਦਾ ਤੇਲ, ਮੂੰਗਫਲੀ ਦਾ ਤੇਲ। ਐਸੇ ਤਰੀਕੇ ਦੇ ਨਾਲ ਸਨਫਲਾਵਰ, ਸੂਰਜਮੁਖੀ ਦਾ ਤੇਲ ਜਿਹੜਾ ਹੈ ਉਹ ਅਸੀਂ ਬੀਜਾਂ ਤੋਂ ਤਿਆਰ ਕਰਦੇ ਹਾਂ। ਸੋ ਜਿਹੜੇ ਬੀਜ ਨੇ ਬੱਚਿਓ ਸਾਨੂੰ ਅਲੱਗ-ਅਲੱਗ ਸਾਡੇ ਕੰਮ ਆਉਂਦੇ ਨੇ। ਕਈ ਜਿਹੜੇ ਬੱਚਿਓ ਪਲਾਂਟਸ ਹੈ, ਜਿਸ ਤਰ੍ਹਾਂ ਕਿ ਰੋਜ਼ ਦਾ ਪਲਾਂਟ ਹੈ, ਰੋਜ਼ ਜਿਹਨੂੰ ਆਪਾਂ ਗੁਲਾਬ ਕਹਿੰਦੇ ਹਾਂ, ਇਹ ਬੱਚਿਓ ਇਹਦਾ ਕੋਈ ਵੀ ਬੀਜ ਨਹੀਂ ਹੁੰਦਾ। ਤਾਂ ਇਸੇ ਨੂੰ ਕਿਸ ਤਰ੍ਹਾਂ ਲਗਾਉਂਦੇ ਆ ਬੱਚਿਓ? ਇਹਦੀ ਰੋਜ਼ ਗ੍ਰਾਫਟਿੰਗ ਹੁੰਦੀ ਹੈ। ਇਹਦੀ ਗੁਲਾਬ ਦੀ ਕਲਮ ਕੱਟ ਕੇ ਅਸੀਂ ਇਹਦਾ ਨਵਾਂ ਇੱਕ ਪੌਦਾ ਲਗਾ ਸਕਦੇ ਹਾਂ। Grafting ਕੀ ਹੁੰਦੀ ਹੈ ਬੱਚਿਓ? A twig is cut from the rose plant and is sown in the soil and after a few days the leaves appear over the stem। ਜਾਂ ਜਿਹੜੀ twig, ਜਿਹੜੀ ਤੁਸੀਂ ਕਲਮ ਬੱਚਿਓ ਇਹ ਕੱਟੀ ਹੈ, ਇਸ ਨੂੰ ਕੱਟ ਕੇ ਅਸੀਂ ਇਹਨੂੰ ਬੀਜ ਦਿੰਦੇ ਹਾਂ ਤੇ ਥੋੜੇ ਦਿਨਾਂ ਬਾਅਦ ਇਹਦੇ ਵਿੱਚ ਜਿਹੜੇ ਹੈ ਪੱਤੇ ਆ ਪੈਂਦੇ ਹਨ। ਐਸੇ ਤਰੀਕੇ ਦੇ ਨਾਲ ਪੱਥਰ ਚੱਟ ਦਾ ਜਿਹੜਾ ਪੌਦਾ ਹੈ, ਜਿਹਨੂੰ ਆਪਾਂ ਬ੍ਰਾਇਓਫਿਲਮ ਵੀ ਕਹਿੰਦੇ ਆ, ਇਹ ਤੁਸੀਂ ਦੇਖ ਰਹੇ ਹੋ। ਪੱਤੇ ਦੇ ਸਿਰਿਆਂ ਦੇ ਉੱਤੇ ਹੋਰ ਛੋਟੇ-ਛੋਟੇ ਨਵੇਂ ਪੌਦੇ ਆਣੇ ਸ਼ੁਰੂ ਹੋ ਜਾਂਦੇ ਨੇ। ਅਸੀਂ ਉਹਨਾਂ ਨੂੰ ਕੱਟ ਕੇ ਜਿਹੜੇ ਆ ਨਵਾਂ ਪੌਦਾ ਲਗਾ ਸਕਦੇ ਹਾਂ। ਐਸੇ ਤਰੀਕੇ ਦੇ ਨਾਲ ਹੀ ਸ਼ਕਰਕੰਦੀ, ਜਿਹਨੂੰ ਆਪਾਂ ਸਵੀਟ ਪੋਟੈਟੋ ਵੀ ਕਹਿੰਦੇ ਆ, ਇਹ ਕਿਹਦੇ ਨਾਲ ਲੱਗਦੀ ਹੈ? ਇਹ ਇਹਦੀ ਜੜ ਤੋਂ, ਰੂਟਸ ਤੋਂ ਲੱਗਦੀ ਹੈ। ਆਓ ਬੱਚਿਓ ਇੱਕ ਇਹਦਾ ਅਸੀਂ ਕਿਸ ਤਰ੍ਹਾਂ ਜਿਹੜਾ ਬੀਜ ਉਗਦਾ ਹੈ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਬੱਚਿਓ, ਕੁਝ ਤੁਸੀਂ 4 ਗਮਲੇ ਲੈ ਲਓ, ਜਿਨ੍ਹਾਂ ਨੂੰ ਨਾਮ ਤੁਸੀਂ ਦੇ ਦਿਓ A, B, C, D। A ਦੇ ਵਿੱਚ ਕੁਝ ਵੀਟ ਦੇ ਸੀਡਸ ਪਾ ਦਿਓ, ਕਣਕ ਦੇ ਬੀਜ ਪਾ ਦਿਓ, ਜਾਂ ਕੋਈ ਵੀ ਤੁਹਾਨੂੰ ਘਰ ਦੇ ਵਿੱਚ ਜਿਹੜੇ ਮਿਲਦੇ ਆ, ਮੂੰਗ ਦੀ ਦਾਲ ਦੇ ਮਿਲਦੇ ਆ ਜਾਂ ਗ੍ਰਾਮ ਛੋਲੇ ਮਿਲਦੇ ਆ, ਉਹ ਤੁਸੀਂ ਪਾ ਕੇ ਉਹਨੂੰ ਸਨਲਾਈਟ 'ਚ ਰੱਖ ਦਿਓ। ਦੂਸਰੇ ਪੋਟ ਦੇ ਵਿੱਚ ਤੁਸੀਂ ਮਿੱਟੀ ਵੀ ਪਾਣੀ ਹੈ ਔਰ ਉਹਦੇ ਵਿੱਚ ਕੁਝ ਸੀਡਸ ਪਾ ਕੇ ਔਰ ਉਹਨੂੰ ਸਨਲਾਈਟ 'ਚ ਰੱਖ ਦਿਓ। ਐਸੇ ਤਰੀਕੇ ਦੇ ਨਾਲ C ਪੋਟ ਦੇ ਵਿੱਚ ਤੁਸੀਂ ਮਿੱਟੀ ਵੀ ਪਾਣੀ ਹੈ, ਬੀਜ ਵੀ ਪਾਣੇ ਹੈ ਤੇ ਪਾਣੀ ਵੀ ਪਾਣਾ, ਲੇਕਿਨ ਉਹਨੂੰ ਕਿੱਥੇ ਰੱਖਣਾ ਹੈ? ਨੇਰੇ ਕਮਰੇ ਦੇ ਵਿੱਚ ਜਾਂ ਕਿਸੇ ਅਲਮਾਰੀ ਦੇ ਵਿੱਚ ਰੱਖ ਦਿਓ। ਚੌਥੇ
ਪੋਟ ਦੇ ਵਿੱਚ ਤੁਸੀਂ ਮਿੱਟੀ ਵੀ ਪਾਣੀ ਹੈ, ਬੀਜ ਵੀ ਬੀਜਣਾ ਹੈ ਤੇ ਪਾਣੀ ਵੀ ਪਾਣਾ ਹੈ, ਤੇ ਉਹਨੂੰ ਕਿੱਥੇ ਰੱਖਣਾ ਹੈ? ਸਨਲਾਈਟ ਦੇ ਵਿੱਚ। ਤਾਂ ਤੁਸੀਂ ਦੇਖੋ ਕਿ ਚਾਰੋਂ ਪੋਟ ਦੇ ਵਿੱਚੋਂ ਕਿਹਦੇ ਵਿੱਚ ਬੀਜ ਨਿਕਲ ਪੌਦਾ ਨਿਕਲ ਆਇਆ ਹੈ? ਪੋਟ ਡੀ ਦੇ ਵਿੱਚੋਂ। ਕਿਉਂ ਨਿਕਲਿਆ ਪੋਟ ਡੀ ਦੇ ਵਿੱਚੋਂ? ਕਿਉਂਕਿ ਬੱਚੋ ਪੌਦੇ ਨੂੰ ਉੱਗਣ ਵਾਸਤੇ ਕਿਹਦੀ ਲੋੜ ਹੈ? 에ਅਰ ਦੀ, ਵਾਟਰ ਦੀ, ਸਨਲਾਈਟ ਦੀ। ਸੋ ਪੌਦਾ ਕਿਹਦੇ ਚ ਉੱਗੇਗਾ? ਪੋਟ ਡੀ ਦੇ ਵਿੱਚ। ਐਸੇ ਤਰੀਕੇ ਬੱਚੋ ਜਿਸ ਤਰ੍ਹਾਂ ਆਪਾਂ ਪੋਟ ਡੀ ਦੀ ਐਕਟੀਵਿਟੀ ਕੀਤੀ ਹੈ, ਐਸੇ ਤਰੀਕੇ ਆਪਾਂ ਕੋਈ ਹੋਰ ਜਿਹੜਾ ਬੀਜ ਲਵਾਂਗੇ, ਜਿਸ ਤਰ੍ਹਾਂ ਮੂੰਗ ਦਾ ਲੈ ਲਿਆ ਜਾਂ ਚਨਾ ਲੈ ਲਿਆ, ਤੁਸੀਂ ਉਹਨਾਂ ਨੂੰ ਬੀਜਣਾ ਹੈ ਔਰ ਉਹਦਾ ਨਾਮ ਲਿਖਣੇ ਨੇ, ਕਦੋਂ ਬੀਜਿਆ ਉਹਦੀ ਡੇਟ ਲਿਖਣੀ ਹੈ, ਕਦੋਂ ਉਹ ਪੁਗਰ ਕੇ ਬਾਹਰ ਆਇਆ, 7 ਦਿਨਾਂ ਦੇ ਬਾਅਦ ਉਹਦੀ ਪਲਾਂਟ ਦੀ ਹਾਈਟ ਕਿੰਨੀ ਸੀ ਤੇ 15 ਦਿਨਾਂ ਬਾਅਦ ਪਲਾਂਟ ਦੀ ਹਾਈਟ ਕਿੰਨੀ ਸੀ। ਇਹ ਬੱਚਿਓ ਤੁਸੀਂ ਐਕਟੀਵਿਟੀ ਨੋਟ ਕਰਨੀ ਹੈ। ਕੁਝ ਕਈ ਵਾਰੀ ਤੁਸੀਂ ਪੌਦੇ ਬੱਚਿਓ ਦੇਖੇ ਹੋਣਗੇ ਆਪਣੇ ਘਰ ਦੀ ਛੱਤ ਦੇ ਉੱਤੇ ਉੱਗ ਪੈਂਦੇ ਹਨ। ਤਾਂ ਛੱਤ ਦੇ ਉੱਪਰ ਕਿਵੇਂ ਪੌਦੇ ਲੱਗ ਗਏ? ਉੱਥੇ ਕਿੰਨੇ ਬੀਜ ਬੀਜਿਆ? ਬੱਚਿਓ ਕੁਝ ਜਿਹੜੇ ਬਰਡਸ ਨੇ ਉਹ ਫਰੂਟਸ ਖਾਂਦੇ ਨੇ ਤੇ ਉਹਨਾਂ ਦੇ ਜਿਹੜਾ ਫਰੂਟ ਹੈ, ਫਰੂਟ ਦਾ ਬੀਜ ਹੈ ਜਿਹੜਾ ਛੱਤ ਤੇ ਡਿੱਗ ਜਾਂਦਾ ਹੈ ਤੇ ਉੱਥੇ ਹੀ ਜਿਹੜਾ ਅਗਲਾ ਪੌਦਾ ਉੱਗ ਪੈਂਦਾ ਹੈ। ਐਸੇ ਤਰੀਕੇ ਦੇ ਨਾਲ ਜਿਹੜਾ ਅੱਕ ਦਾ ਬੂਟਾ ਹੈ, ਉਹਦੇ ਜਿਹੜੇ ਵਾਲ ਨੇ ਉਹ ਹਵਾ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਉੜ ਜਾਂਦੇ ਹਨ ਤੇ ਜਿਸ ਕਰਕੇ ਉਹ ਵੀ ਪੌਦਾ ਆਪਣੇ ਆਪ ਉੱਗ ਜਾਂਦਾ ਹੈ। ਤੁਸੀਂ ਕਾਂਗਰਸ ਗ੍ਰਾਸ ਜਿਹੜੀ ਹੈ ਦੇਖੀ ਹੋਏਗੀ, ਗਾਜਰ ਬੂਟੀ ਜਿਹਨੂੰ ਕਹਿੰਦੇ ਆ, ਇਹਦੇ ਜਿਹੜੇ ਬੀਜ ਹੈ ਉਹ ਵੀ ਹਵਾ ਵਿੱਚ ਉੱਡ ਕੇ ਦੂਜੀਆਂ ਥਾਵਾਂ ਤੇ ਚਲੇ ਜਾਂਦੇ ਹਨ। ਪੁੱਟਕੰਡਾ ਤੇ ਗੁਟਲਾ ਇਹ ਵੀ ਕੁਝ ਜਾਨਵਰਾਂ ਦੀਆਂ ਬੋਡੀ ਦੇ ਨਾਲ ਚਿਪਕ ਕੇ ਦੂਜੀਆਂ ਥਾਵਾਂ ਤੇ ਚਲੇ ਜਾਂਦੇ ਹਨ। ਕੁਝ ਜਿਹੜੇ ਹੋਰ ਪੌਦੇ ਨੇ ਜਿਸ ਤਰ੍ਹਾਂ ਕਿ ਵਾਟਰ ਲਿਲੀ ਜਿਹਨੂੰ ਜਲ ਕੁੰਭੀ ਔਰ ਵਾਟਰ ਲਿਲੀ, ਜਲ ਲਿਲੀ ਔਰ ਜਲ ਕੁੰਭੀ, ਇਹ ਬੱਚਿਓ ਪਾਣੀ ਦੁਆਰਾ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹਨ। ਤਾਂ ਬੱਚਿਓ ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਕਿ ਕੁਝ ਜਿਹੜੇ ਪੌਦੇ ਨੇ ਉਹਨਾਂ ਦੇ ਪੀਸ ਜਿਵੇਂ ਪੋਟੈਟੋ, ਆਲੂ ਅਤੇ ਸ਼ੂਗਰ ਕੇਨ ਦੇ ਪੀਸ ਜਿਹੜੇ ਆਪਾਂ ਕੱਟ ਕੇ ਖੇਤਾਂ ਦੇ ਵਿੱਚ ਲਗਾਉਂਦੇ ਹਾਂ ਤੇ ਪੱਥਰ ਚੱਟ ਦੇ ਜਿਹੜੇ ਪੌਦੇ ਆ ਉਹ ਉਹਦੇ ਪੱਤਿਆਂ ਤੋਂ ਹੀ ਉੱਗ ਪੈਂਦੇ ਹਨ। ਸ਼ਕਰਗੰਦੀ ਆਪਾਂ ਕਿਸ ਤਰ੍ਹਾਂ ਲਗਾਉਂਦੇ ਆ? ਸ਼ਕਰਗੰਦੀ ਇਹਦੀ ਜੜ ਤੋਂ ਲੱਗਦੀ ਹੈ। ਹੋਰ ਆਪਾਂ ਇੱਕ ਪੜਿਆ ਕਿ ਜਿਹੜਾ ਰੋਜ਼ ਹੈ ਉਹ ਇਹਦੀ ਕਲਮ ਤੋਂ ਹੀ ਲੱਗਦਾ ਹੈ। Air, water, sunlight are required for the germination of seeds. ਹਵਾ, ਪਾਣੀ ਅਤੇ ਸਨਲਾਈਟ, ਸੂਰਜ ਦੀ ਰੋਸ਼ਨੀ ਜਿਹੜੀ ਹੈ ਬੀਜਾਂ ਨੂੰ ਪੁੰਗਰਨ ਲਈ ਬਹੁਤ ਜ਼ਰੂਰੀ ਹੈ। Now tick the correct answer. From which seed is flour prepared? ਕਿਹੜੇ ਬੀਜਾਂ ਤੋਂ ਆਟਾ ਤਿਆਰ ਹੁੰਦਾ ਹੈ? ਮਸਟਰਡ, ਵੀਟ, ਕੋਰੀਐਂਡਰ। ਤਾਂ ਅਸੀਂ ਕੀ ਪੜ੍ਹਿਆ ਸੀ ਬੱਚਿਓ? ਵੀਟ ਆਟਾ ਜਿਹੜਾ ਅਸੀਂ ਕਣਕ ਖਾਂਦੇ ਹਾਂ। ਨੈਕਸਟ, ਵੀਟ seed is used as spice. ਕਿਹੜਾ ਸੀਡ ਹੈ ਜਿਹੜਾ ਮਸਾਲੇ ਦੇ ਵਜੋਂ ਵਰਤਿਆ ਜਾਂਦਾ ਹੈ? ਟਰਮਿਕ ਜਿਹਨੂੰ ਆਪਾਂ ਹਲਦੀ ਕਹਿੰਦੇ ਆ। ਮੇਜ਼, ਰੂਰਲ ਮਿਲਟ। ਕਿਹੜਾ ਵਰਤਦੇ ਆ ਅਸੀਂ? ਟਰਮਰਿਕ। Which new plant is grown from its leaves? ਕਿਹੜਾ ਨਵਾਂ ਪਲਾਂਟ ਜਿਹੜਾ ਹੈ ਪੱਤਿਆਂ ਤੋਂ ਲੱਗਦਾ ਹੈ? ਰੈਡਿਸ਼, ਕਾਲੀਫਲਾਵਰ, ਪੱਥਰ ਚੱਟ। ਆਪਾਂ ਕੀ ਪੜਿਆ ਸੀ? ਪੱਥਰ ਚੱਟ। ਨੈਕਸਟ, which plant is grown with grafting? ਕਿਹੜਾ ਨਵਾਂ ਪਲਾਂਟ ਜਿਹੜਾ ਹੈ ਕਲਮ ਨਾਲ ਲੱਗਦਾ ਹੈ, ਗ੍ਰਾਫਟਿੰਗ ਨਾਲ ਲੱਗਦਾ ਹੈ, ਤੇ ਕਿਹੜਾ ਲੱਗਦਾ ਹੈ ਬੱਚਿਓ? ਰੋਜ਼। ਨੈਕਸਟ, ਮਾਈਂਡ ਮੈਪਿੰਗ। ਸੀਡਸ which are used to eat। ਕਿਹੜੇ ਸੀਡਸ ਹੈ ਜਿਹੜੇ ਅਸੀਂ ਖਾਣ ਵਜੋਂ ਵਰਤਦੇ ਹਾਂ? ਜਿਸ ਤਰ੍ਹਾਂ ਸੌਂਫ, ਜੀਰਾ, ਬਲੈਕ ਪੈਪਰ, ਵੀਟ, ਮਸਟਰਡ ਐਂਡ ਅਜਵਾਇਨ। ਨੈਕਸਟ ਆ ਗਿਆ ਫਿਲਿੰਗ ਦ ਬਲੈਂਕਸ। ਆਇਲ ਮਤਲਬ ਤੇਲ, ਅੱਕ ਦਾ ਪੌਦਾ ਹੈ ਬੱਚਿਓ, ਸੀਡ ਬੀਜ। ਡੈਸ਼ ਇਜ਼ prepared from the mustard seed। ਕੀ ਤਿਆਰ ਹੁੰਦਾ ਹੈ ਮਸਟਰਡ ਦੇ ਸੀਡਸ ਤੋਂ? ਸਰੋਂ ਦੇ ਬੀਜਾਂ ਤੋਂ ਕੀ ਤਿਆਰ ਹੁੰਦਾ ਹੈ? ਆਇਲ। The marigold plant is planted by sowing seed। ਮੈਰੀਗੋਲਡ ਦਾ ਜਿਹੜਾ ਪੌਦਾ ਹੈ ਉਹ ਕਿਸ ਤਰ੍ਹਾਂ ਲੱਗਦਾ ਹੈ? ਬੀਜਾਂ ਨਾਲ। Seeds of dash travel in the air from one place to another। ਕਿਹਦੇ ਬੀਜ ਜਿਹੜੇ ਹੈ ਹਵਾ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹੈ? ਉਹ ਹੈ ਅੱਕ।
Tick the right and cross the wrong sentence. All the plants grown from seeds. कि सारे plants बीजां तो लगदे ने? नहीं, ਆਪਾਂ ਪੜਿਆ ਕਿ ਕੁਝ ਪੌਦੇ ਜਿਹੜੇ ਨੇ ਪੱਤਿਆਂ ਤੋਂ ਲੱਗਦੇ ਨੇ, ਕੁਝ ਜੜਾਂ ਤੋਂ ਲੱਗਦੇ ਹਨ ਤੇ ਕੁਝ stems ਤੋਂ ਲੱਗਦੇ ਹਨ. Next, small pieces of sugarcane are planted in the field for the plantation of sugarcane. ਛੋਟੇ ਟੁਕੜੇ ਗੰਨੇ ਦੇ ਜਿਹੜੇ ਆ ਉਹ ਕੱਟ ਕੇ ਆਪਾਂ sugarcane ਜਾਂ ਗੰਨਾ ਜਿਹੜਾ ਹੈ ਉਹ ਬੀਜਿਆ ਜਾਂਦਾ ਹੈ. ਠੀਕ. Next ਬੱਚੋ, rose is planted with grafting. ਗੁਲਾਬ ਦਾ ਪੌਦਾ ਕਲਮ ਤੋਂ ਲਗਾਇਆ ਜਾਂਦਾ ਹੈ. ਠੀਕ. The seeds of jeera are used as spice. ਜੀਰੇ ਦੇ ਜਿਹੜੇ ਬੀਜ ਨੇ ਉਹ ਆਪਾਂ ਕਿਹਦੇ ਵਜੋਂ ਵਰਤਦੇ ਹਾਂ? ਮਸਾਲੇ ਵੱਲੋਂ. ਰਾਈਟ. Water hyena travel through water from one place to another. ਜਲ ਕੁੰਭੀ ਹਵਾ ਰਾਹੀਂ ਦੂਜੇ ਸਥਾਨਾਂ ਤੇ ਪਹੁੰਚ ਜਾਂਦੀ ਹੈ. ਰਾਈਟ. ਠੀਕ. Next question is, how is sugarcane planted? ਗੰਨਾ ਕਿਵੇਂ ਬੀਜਿਆ ਜਾਂਦਾ ਹੈ? ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਹੈ ਕਿ ਗੰਨੇ ਦੇ ਛੋਟੇ pieces, small pieces of sugarcane are planted in the field for the plantation of sugarcane. Next question is, how are plants grown with grafting? ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ? ਜਿਸ ਤਰ੍ਹਾਂ ਪਿਕਚਰ ਦੇ ਵਿੱਚ ਦਿਖਾਇਆ ਕਿ ਇੱਕ twig ਜਾਂ stem ਜਿਹੜੀ ਆ ਅਸੀਂ rose plant ਤੋਂ ਕੱਟ ਲੈਂਦੇ ਆ ਔਰ ਅਸੀਂ ਉਹਨੂੰ ਕਿੱਥੇ ਬੀਜ ਦਿੰਦੇ ਹਾਂ? soil ਦੇ ਵਿੱਚ. ਔਰ after few days the leaves appear over the stem. ਤੇ stem ਦੇ ਉੱਪਰ ਕੀ ਆ ਜਾਂਦੇ ਨੇ? ਪੱਤੇ ਆ ਜਾਂਦੇ ਹਨ. Next question ਹੈ ਬੱਚਿਓ, how does plant grows on the roots? ਛੱਤਾਂ ਦੇ ਉੱਪਰ ਪੌਦੇ ਕਿਵੇਂ ਉਗਾਉਂਦੇ ਹਨ? The bird take fruits to the roof. Birds ਜਿਹੜੇ ਨੇ ਛੱਤਾਂ ਤੇ fruits ਖਾਂਦੇ ਨੇ ਔਰ ਉੱਥੇ ਉਹਨਾਂ ਦੇ ਬੀਜ ਡਿੱਗ ਜਾਂਦੇ ਨੇ. ਇਸ ਕਰਕੇ ਉੱਥੇ ਉਹ ਹਵਾ ਮਿਲਦੀ ਹੈ, ਉਹਨਾਂ ਨੂੰ ਸਨਲਾਈਟ ਮਿਲ ਜਾਂਦੀ ਹੈ ਤੇ ਬਰਸਾਤ ਦਾ ਅਗਰ ਮੀਂਹ ਜਾਂ ਪਾਣੀ ਪੈ ਗਿਆ ਤਾਂ ਉੱਥੇ ਜਿਹੜਾ ਇੱਕ ਨਵਾਂ ਪੌਦਾ ਉੱਗ ਪੈਂਦਾ ਹੈ. What is required for the growth of seeds? Seeds ਦੀ growth ਵਾਸਤੇ ਕੀ ਚਾਹੀਦਾ ਹੈ? ਕੀ ਚਾਹੀਦਾ ਬੱਚਿਓ? Air, water and sunlight are required for the healthy germination of seeds. ਹਵਾ, ਪਾਣੀ ਅਤੇ ਸੂਰਜ ਦੀ ਰੋਸ਼ਨੀ seeds ਦੇ growth ਲਈ ਜ਼ਰੂਰੀ ਹੈ. Next question, how the seeds of the gutna and putkanda move from one place to another? ਕਿਸ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹਨ? ਪੁਟਕੰਡਾ ਅਤੇ ਗੁਟਨਾ usually stick to the body of animals and each other places. ਪੁਟਕੰਡਾ ਤੇ ਗੁਟਨਾ ਜਿਹੜੇ ਨੇ ਉਹ ਜਾਨਵਰਾਂ ਦੀਆਂ ਬਾਡੀਜ਼ ਦੇ ਨਾਲ ਚਿਪਕ ਜਾਂਦੇ ਹਨ ਅਤੇ ਦੂਜੀ ਥਾਂ ਤੇ ਚਲੇ ਜਾਂਦੇ ਹਨ. ਉਹ ਬੱਚਿਓ ਤੁਹਾਨੂੰ ਇਹ ਲੈਸਨ ਸਮਝ ਆ ਗਿਆ ਹੋਵੇਗਾ. ਥੈਂਕ ਯੂ.